ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਇਆ ਨਿਧ ਅੰਤਰਯਾਮੀ ਪਤਿਤ ਪਾਵਨ ਭਗਤ ਵਚਲ ਸਤਿਗੁਰਾਂ ਦੇ ਪਵਿੱਤਰ ਪਾਵਨ ਚਰਨ ਕਮਲਾਂ ਵਿੱਚ ਹਾਜ਼ਰੀਆਂ ਭਰ ਰਹੇ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ ਸਾਹਿਬ ਨੌਵੇਂ ਪਾਤਸ਼ਾਹ। ਹਾਜ਼ਰ ਹੋਤ ਜਹਾਂ ਸਿਮਰੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ। ਲੰਘੀ ਹੋਈ ਰਾਤ 6 ਤੇ 7 ਪੋਹ ਦੀ ਵਿਚਾਲੀ ਰਾਤ ਹੈ, ਜਿਸ ਰਾਤ ਬਾਜਾਂ ਵਾਲੇ ਚੋਜੀ ਪ੍ਰੀਤਮ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ। ਇਹ ਉਹ ਰਾਤ ਵੀ ਹੈ ਜਿਸ ਰਾਤ ਸਾਹਿਬ ਦਾ ਪਰਿਵਾਰ ਸਰਸਾ ਨਦੀ ਤੇ ਮਹਾਰਾਜ ਜੀ ਤੋਂ ਵਿਛੜਿਆ ਸਰੀਰ ਕਰਕੇ। ਅੱਜ ਦੇ ਦਿਨ ਸ਼ਾਹੀ ਟਿੱਬੀ, ਜਿੱਥੇ ਭਾਈ ਉਦੇ ਸਿੰਘ ਜੀ ਔਰ ਬਾਬਾ ਜੀਵਨ ਸਿੰਘ ਜੀ, ਬਾਬਾ ਜੀਵਨ ਸਿੰਘ ਜੀ ਉਹ ਰੰਗ ਰਤੜੀ ਰੂਹ ਨੇ। ਅੰਮ੍ਰਿਤ ਛਕਣ ਤੋਂ ਪਹਿਲਾਂ ਜਿਨ੍ਹਾਂ ਦਾ ਨਾਮ ਭਾਈ ਜੈਤਾ ਸੀ, ਸਾਹਿਬ ਨੌਵੇਂ ਪਾਤਸ਼ਾਹ ਦਾ ਸੀਸ ਦਿੱਲੀ ਦੇ ਚਾਂਦਨੀ ਚੌਂਕ ਚੋਂ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਪੁੱਜੇ ਸਨ। ਸ਼ਾਹੀ ਟਿੱਬੀ ਵਾਲੇ ਅਸਥਾਨ ਤੇ ਵੈਰੀ ਦਲ ਨਾਲ ਜੂਝਦਿਆਂ ਸਰਸਾ ਨਦੀ ਦੇ ਕੰਢੇ ਤੇ ਅੱਜ ਦੇ ਦਿਨ ਬਾਬਾ ਜੀਵਨ ਸਿੰਘ ਜੀ, ਭਾਈ ਉਦੇ ਸਿੰਘ ਜੀ, ਜੋ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਸਾਹਿਬਜ਼ਾਦੇ ਸਨ, ਵੈਰੀ ਦਲ ਨਾਲ ਲੜਦਿਆਂ ਹੋਇਆਂ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ, ਪਰ ਦੁਸ਼ਮਣ ਨੂੰ ਅੱਗੇ ਨਹੀਂ ਵਧਣ ਦਿੱਤਾ ਤਾਂ ਜੋ ਸਤਿਗੁਰੂ ਜੀ ਆਪਣੀ ਫੌਜ ਸਮੇਤ ਪਰਿਵਾਰ ਸਮੇਤ ਸਰਸਾ ਨਦੀ ਪਾਰ ਕਰਕੇ ਦੂਰ ਚਲੇ ਜਾਣ। ਦੁਸ਼ਮਣ ਦੇ ਦਲ ਅੱਗੇ ਬਾਬਾ ਜੀਵਨ ਸਿੰਘ ਜੀ, ਭਾਈ ਉਦੇ ਸਿੰਘ ਜੀ ਜੈਸੇ ਗੁਰਮੁਖ ਪਿਆਰੇ ਬਹੁਤ ਸਾਰੇ ਸਿੰਘ, ਜਿਵੇਂ ਕੋਈ ਬੱਜਰ ਕਪਾਟ ਹੁੰਦਾ, ਏਦਾਂ ਦਰਵਾਜ਼ਾ ਬਣ ਕੇ ਕਿਲ੍ਹਾ ਨੁਮਾ ਇਹਨਾਂ ਦੇ ਸਾਹਮਣੇ ਖਲੋ ਗਏ। ਜਦੋਂ ਤੱਕ ਸਰੀਰ ਵਿੱਚੋਂ ਖੂਨ ਦਾ ਅਖੀਰਲਾ ਕਤਰਾ ਜ਼ਮੀਨ ਤੇ ਨਹੀਂ ਡਿੱਗ ਪਿਆ, ਉਤਨੀ ਦੇਰ ਤੱਕ ਵੈਰੀ ਦਲ ਨੂੰ ਰੋਕ ਕੇ ਰੱਖਿਆ। ਅਖੀਰ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾੜੈ, ਖੇਤ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਬਾਬਾ ਜੀਵਨ ਸਿੰਘ ਜੀ ਅੱਜ ਦੇ ਦਿਨ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ। ਭਾਈ ਉਦੇ ਸਿੰਘ ਜੀ, ਉਹਨਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਸਿੰਘ ਅੱਜ ਦੇ ਦਿਨ ਸ਼ਹਾਦਤ ਦੇ ਜਾਮ ਨੂੰ ਪ੍ਰਾਪਤ ਹੋਏ। ਉਹਨਾਂ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਕੋਟि ਕੋਟि ਪ੍ਰਣਾਮ ਤੇ ਨਮਸਕਾਰ ਹੈ। ਅੰਮ੍ਰਿਤ ਵੇਲੇ ਸ੍ਰੀ ਮੁਖ ਵਾਕ ਦੀ ਦਾਤ ਸਾਨੂੰ ਪ੍ਰਾਪਤ ਹੋਈ ਹੈ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ। ਜਗਤ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ। ਦੁਨੀਆ 'ਚ ਬੜੇ ਬੜੇ ਅਵਤਾਰ ਹੋਏ ਨੇ, ਬੜੇ ਬੜੇ ਪੈਗੰਬਰ ਔਲੀਏ ਹੋਏ ਨੇ, ਪੀਰ ਹੋਏ ਨੇ, ਸ਼ੇਖ ਹੋਏ ਨੇ, ਪਰ ਮੇਰੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੈਸਾ ਨਾ ਕੋਈ ਹੋਇਆ ਨਾ ਹੋਵੇਗਾ, ਜੋ ਆਪ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਪ੍ਰਤੱਖ ਰੂਪ ਹਨ। ਇਸ ਮਾਤ ਲੋਕ ਦੀ ਧਰਤੀ ਤੇ ਪ੍ਰਤੱਖ ਰੱਬ ਹਨ। ਪ੍ਰਤੱਖ ਰੱਬ। ਕੋਈ ਕਹਿੰਦਾ ਜੀ ਅਸੀਂ ਨਹੀਂ ਰੱਬ ਵੇਖਿਆ, ਕਿਹੜਾ ਰੱਬ?
ਗੁਰੂ ਖਾਲਸਾ ਜੀ ਜਗਤ ਗੁਰੂ ਗੁਰੂ ਨਾਨਕ ਸਾਹਿਬ ਹੀ ਰੱਬ ਹਨ। ਪ੍ਰਤੱਖ ਨੇ, ਹਾਜ਼ਰ ਨੇ, ਅੱਜ ਆਪਣੀ ਬਾਣੀ ਰੂਪ ਵਿੱਚ ਵਿਆਪਕ ਹਨ। ਜਾਹਰ ਪੀਰ ਜਗਤ ਗੁਰ ਬਾਬਾ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜੋ, ਇਕਾਗਰਤਾ ਬਣਾਓ। ਆਪਣੀ ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ। ਸੋਰਠ ਮਹੱਲਾ ਪਹਿਲਾ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਸੋਰਠ ਰਾਗਣੀ ਵਿੱਚ ਪਹਿਲੇ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਇਹ ਪਾਵਨ ਪਵਿੱਤਰ ਸ੍ਰੀ ਮੁਖਵਾਕ ਉਚਾਰਨ ਕਰਦੇ ਹਨ। हे ਪ੍ਰਭੂ ਜੀ, ਤੁਸੀਂ ਦਾਤੇ ਹੋ, ਸਮਰੱਥ ਦਾਤੇ ਹੋ। ਪ੍ਰਭੂ ਹੋ, ਮਾਲਕ ਹੋ, ਸਾਰੇ ਜਗਤ ਦੇ ਪ੍ਰਭਤਾ ਦੇ ਮਾਲਕ ਹੋ, ਔਰ ਸੰਸਾਰ ਦੇ ਸਮਸਤ ਜੀਵਾਂ ਦੇ ਸਮਰੱਥ ਦਾਤੇ। ਦਾਨ ਦੇਣ ਵਿੱਚ ਤੁਹਾਡਾ ਮਤ ਪੂਰਾ ਹੈ, ਕਦੇ ਖੁੰਝਦੇ ਨਹੀਂ ਕਿ ਕਿਸ ਨੂੰ ਦਾਨ ਨਹੀਂ ਦੇਣਾ, ਯਾਨੀ ਕਿ ਕਦੇ ਭੁੱਲਦੇ ਨਹੀਂ ਹੋ। ਅਸੀਂ ਜੇ ਦਾਨ ਕਰਨ ਲੱਗੀਏ ਸ਼ਾਇਦ ਕਦੇ ਭੁੱਲ ਜਾਈਏ, ਕਿਸੇ ਨੂੰ ਆਪਣੇ ਹਿਰਦੇ ਵਿੱਚੋਂ ਵਿਸਾਰ ਦਈਏ। ਪਰ ਹੇ ਵਾਹਿਗੁਰੂ, ਤੁਹਾਡਾ ਦਾਨ ਦੇਣ ਵਿੱਚ ਪੂਰਾ ਮਤ ਹੈ, ਕਦੇ ਖੁੰਝਦੇ ਨਹੀਂ ਹੋ ਦਾਨ ਦੇਣ ਵਿੱਚ। ਵੀ ਇਹ ਨਹੀਂ ਕਹਿੰਦੇ ਵੀ ਉਹ ਫਲਾਣਾ ਬੰਦਾ ਤਾਂ ਰਹਿ ਗਿਆ, ਉਹਨੂੰ ਦਿੱਤਾ ਨਹੀਂ, ਐਸਾ ਨਹੀਂ ਹੁੰਦਾ। ਤੁਸੀਂ ਸੰਸਾਰ ਦੇ ਸਮਸਤ ਜੀਵਾਂ ਨੂੰ ਦਾਤਾਂ ਦੇ ਕੇ ਨਿਵਾਜਣ ਵਾਲੇ ਦਾਤਾ। ਦਾਨ ਦੇਣ ਵਿੱਚ ਤੁਹਾਡਾ ਪੂਰਾ ਮਤ ਹੈ। ਪੂਰੇ ਮਤ ਦਾ ਏਦਾਂ ਵੀ ਅਰਥ ਕਰਦੇ ਨੇ ਮਹਾਂਪੁਰਸ਼, ਦਾਨ ਦੇਣ ਵਿੱਚ ਤੁਹਾਡੀ ਪੂਰੀ ਮਤ ਹੈ। ਕਿਹੜਾ ਜੀਵ ਕਿਸ ਚੀਜ਼ ਦਾ, ਕਿਸ ਦਾਤ ਦਾ ਅਧਿਕਾਰੀ ਹੈ ਤੁਸੀਂ ਜਾਣਦੇ। ਕਿਸ ਦਾਨ ਦਾ ਅਧਿਕਾਰੀ। ਕਿਸੇ ਗਰੀਬ ਜੇ ਵਿਅਕਤੀ ਨੂੰ ਹਾਥੀ ਦਾ ਦਾਨ ਕਰ ਦਿਓ, ਉਹਦੇ ਵਾਸਤੇ ਤਾਂ ਬੜੀ ਵੱਡੀ ਸਮੱਸਿਆ। ਉਹ ਆਪ ਖਾਵੇ ਕਿ ਹਾਥੀ ਨੂੰ ਖਵਾਵੇ। ਉਹਨੂੰ ਤਾਂ ਚਾਹੀਦੀ ਸੀ ਕੋਈ ਦੁੱਧ ਵਾਲੀ ਗਊ ਦੇ ਦਿੰਦੇ, ਕੋਈ ਦੁੱਧ ਵਾਲੀ ਮੱਝ ਦੇ ਦਿੰਦੇ, ਉਹ ਨਾਲੇ ਆਪਣਾ ਪੇਟ ਭਰਦਾ, ਨਾਲ ਉਹਦਾ ਭਰ ਲੈ। ਪਰ ਕਿਸੇ ਗਰੀਬ ਨੂੰ ਹਾਥੀ ਦਾ ਦਾਨ ਕਰ ਦੇਣਾ ਯੋਗਤਾ ਨਹੀਂ। ਇਨ ਬਿਨ ਇਸੇ ਪ੍ਰਕਾਰ ਵਾਹਿਗੁਰੂ ਜੀ ਸਾਡੇ ਵਰਗੇ ਸੰਸਾਰ ਦੇ ਸਮਸਤ ਜੀਵਾਂ ਨੂੰ ਵੇਖਦੇ ਨੇ ਕਿ ਕਿਸ ਦਾਨ ਦਾ ਅਧਿਕਾਰੀ, ਕਿੰਨੀ ਕੁ ਚੀਜ਼ ਦਾ ਅਧਿਕਾਰੀ। ਇੱਕ ਮਹਾਤਮਾ ਬੈਠੇ, ਲਾਗੇ ਉਹਨਾਂ ਦਾ ਇੱਕ ਸੇਵਕ ਬੈਠਾ, ਕਹਿਣ ਲੱਗੇ ਤੈਨੂੰ 1000 ਰੁਪਈਆ ਦੇ ਦਿਆਂ। ਕਹਿੰਦਾ ਨਹੀਂ। 5000 ਦੇ ਦਿਆਂ। ਕਹਿੰਦਾ ਨਹੀਂ। 10,000 ਦੇ ਦਿਆਂ। ਕਹਿੰਦਾ ਨਹੀਂ। ਕਹਿੰਦਾ ਸਿਰਫ ਆ 100 ਰੁਪਈਆ ਦੇ ਦਿਓ, ਕਿਉਂਕਿ ਮੈਂ ਕੇਵਲ ਇਸ 100 ਰੁਪਈਏ ਨੂੰ ਹੀ ਸਾਂਭ ਸਕਦਾ, ਇਹਦਾ ਅਧਿਕਾਰੀ। ਤੋ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਸੰਸਾਰ ਦੇ ਸਮਸਤ ਜੀਵਾਂ ਨੂੰ ਵੇਖ ਕੇ ਵੀ ਕਿਹੜਾ ਕਿਸ ਦਾਨ ਦਾ ਅਧਿਕਾਰੀ ਹੈ, ਔਰ ਕਿੰਨੀ ਕੁ ਵਸਤ ਇਹਦੇ ਚ ਪਾਈਏ ਤੇ ਸੰਭ ਸਕਦੀ ਹੈ। ਵੱਧ ਪੈ ਜਾਏ ਛੜਕ ਜਾਏਗੀ। ਤੋ ਦਾਨ ਦੇਣ ਵਿੱਚ ਉਸ ਦਾ ਪੂਰਾ ਮਤ ਹੈ। ਕਿਸ ਨੂੰ ਕੀ ਦੇਣਾ ਇਹ ਵੀ ਜਾਣਦਾ, ਕਿਸ ਨੂੰ ਕੀ ਚਾਹੀਦਾ ਇਹ ਵੀ ਜਾਣਦਾ। हे ਵਾਹਿਗੁਰੂ, ਅਸੀਂ ਤੇਰੇ ਦਰ ਦੇ ਮੰਗਤੇ ਹਾਂ ਭਿਖਾਰੀ। ਹਮ ਥਾਰੇ
ਭਿਖਾਰੀ ਜੀਓ। ਮਹਾਰਾਜ ਅਸੀਂ ਤੁਹਾਡੇ ਦਰ ਦੇ ਭਿਖਾਰੀ ਹਾਂ, ਤੁਹਾਡੇ ਦਰ ਦੇ ਮੰਗਤੇ। ਔਰ ਗੁਰੂ ਨਾਨਕ ਸਾਹਿਬ ਦੇ ਘਰ ਦੇ ਮੰਗਤੇ ਬਣ ਕੇ ਸਾਨੂੰ ਨੀਵੀਂ ਪਾ ਕੇ ਸੰਸਾਰ ਵਿੱਚ ਨਹੀਂ ਵਿਚਰਨਾ ਪੈਂਦਾ ਵੀ ਅਸੀਂ ਮੰਗਤੇ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਘਰ ਦੇ ਮੰਗਤੇ ਦੁਨੀਆ ਦੇ ਰਾਜੇ ਹੁੰਦੇ ਨੇ, ਬਾਦਸ਼ਾਹ ਹੁੰਦੇ ਨੇ। ਇਸ ਕਰਕੇ ਕਦੇ ਆਪਣੇ ਹਿਰਦੇ 'ਚ ਹੀਣ ਭਾਵ ਨਹੀਂ ਲਿਆਉਣਾ। ਮਹਾਰਾਜ ਅਸੀਂ ਤੁਹਾਡੇ ਘਰ ਦੇ ਭਿਖਾਰੀ, ਆਪ ਜੀ ਦੇ ਦਰ ਦੇ ਮੰਗਤੇ। ਫਿਰ ਮੰਗਣ 'ਚ ਲਾਜ ਕਾਹਦੀ? ਜਦੋਂ ਮੰਗਣਾ ਹੀ ਹੈ ਤੇ ਫਿਰ ਸ਼ਰਮ ਕਾਹਦੀ? ਮਹਾਰਾਜ ਤੁਹਾਡੇ ਦਰ ਦੇ ਮੰਗਤਿਆਂ ਤੁਹਾਡੀ ਪਨਾਹ ਵਿੱਚ, ਸਾਨੂੰ ਦੁਨੀਆ ਦੀ ਕੋਈ ਲਾਜ ਨਹੀਂ, ਦੁਨੀਆ ਦੀ ਕੋਈ ਸ਼ਰਮ ਨਹੀਂ, ਪ੍ਰਵਾਹ ਨਹੀਂ। ਲੋਕ ਕੀ ਆਖਦੇ ਨੇ, ਦੁਨੀਆ ਕੀ ਕਹਿੰਦੀ ਹੈ, ਸਮਾਜ ਕੀ ਆਖਦਾ, ਭਾਈਚਾਰਾ ਕੀ ਕਹਿੰਦਾ, ਬਰਾਦਰੀ ਕੀ ਕਹਿੰਦੀ ਹੈ, ਮੇਰੀ ਦ੍ਰਿਸ਼ਟੀ 'ਚੋਂ ਕੋਈ ਮਾਇਨੇ ਨਹੀਂ ਰੱਖਦਾ। ਕਿਉਂਕਿ ਮੈਂ ਤਾਂ ਤੁਹਾਡੇ ਦਰ ਦਾ ਮੰਗਤਾ। ਉਹਨਾਂ ਦੀ ਲਾਜ ਤਾਂ ਰੱਖਾਂ, ਉਹਨਾਂ ਦੀ ਸ਼ਰਮ ਤਾਂ ਕਰਾਂ ਜੇ ਮੈਂ ਉਹਨਾਂ ਦੇ ਅਧੀਨ ਹੋਵਾਂ, ਜੇ ਮੇਰੀ ਨਿਗਾਹ ਉਹਨਾਂ ਤੇ ਹੋਵੇ, ਜਾਂ ਮੇਰੇ ਦੁੱਖ ਦੇ ਵਿੱਚ ਉਹਨਾਂ ਨੇ ਆ ਕੇ ਮੇਰੀ ਬਾਂਹ ਫੜਨੀ ਹੈ ਜਾਂ ਫੜੀ ਹੈ। ਮਹਾਰਾਜ ਜਦੋਂ ਮੇਰੇ ਦੁੱਖ ਤੇ ਸੁੱਖ ਦੇ ਭਾਈਵਾਲ ਹੀ ਤੁਸੀਂ ਹੋ, ਤੇ ਫਿਰ ਮੈਂ ਤੁਹਾਡੀ ਹੀ ਸ਼ਰਨ 'ਚ ਪਿਆ ਹੋਇਆ ਤੁਹਾਡੇ ਦਰ ਦਾ ਮੰਗਤਾ। ਹਮ ਥਾਰੇ ਭਿਖਾਰੀ ਜੀਓ, 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 ਹਮ ਭੀਖਕ ਭਿਖਾਰੀ ਤੇਰੇ, ਹਮ ਭੀਖਕ ਭਿਖਾਰੀ ਤੇਰੇ, ਹਮ ਭੀਖਕ ਭਿਖਾਰੀ ਤੇਰੇ, ਹਮ ਭੀਖਕ ਭਿਖਾਰੀ ਤੇਰੇ। ਮਹਾਰਾਜ ਤੁਹਾਡੇ ਦਰ ਦੇ ਮੰਗਤੇ ਹਾਂ, ਤੁਹਾਡੇ ਦਰ ਦੇ ਜਾਚਕ ਹਾਂ। ਹਾਂਜੀ। ਮੈਂ ਕਿਆ ਮੰਗੂ ਕਿਛ ਥਿਰ ਨ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਮਹਾਰਾਜ ਜੀ ਕਹਿੰਦੇ ਹਾਂ ਭਾਈ ਫਿਰ ਕੀ ਚਾਹੀਦਾ ਤੈਨੂੰ? ਮਹਾਰਾਜ ਕੀ ਮੰਗਾਂ, ਸੰਸਾਰ ਦੀ ਕੋਈ ਵੀ ਵਸਤੂ ਥਿਰ ਨਹੀਂ ਹੈ। ਕੋਈ ਸ਼ੈ, ਕੋਈ ਵਸਤ ਜਦੋਂ ਥਿਰ ਹੀ ਨਹੀਂ ਤੇ ਫਿਰ ਕੀ ਮੰਗਾਂ ਇਹਨਾਂ ਵਿੱਚੋਂ? ਇਹ ਤਾਂ ਮੇਰੀ ਪਰਾਲਬ ਦੇ ਮੁਤਾਬਕ ਮੈਨੂੰ ਮਿਲ ਹੀ ਜਾਏਗਾ ਜੋ ਚਾਹੀਦਾ। ਜੋ ਨਾਸ਼ਵਾਨ ਹੈ ਉਹ ਮੈਂ ਕਿਵੇਂ ਮੰਗਾਂ? ਸੱਤ ਕੋਲ ਕਿੱਡੀ ਵੱਡੀ ਸਾਧਨਾ ਦੇ ਵਿੱਚ ਜਗਿਆਸੂ ਲਈ ਕਿੱਡੀ ਵੱਡੀ ਸਮੱਸਿਆ ਹੋਵੇਗੀ ਕਿ ਜਦੋਂ ਸਤ ਸਰੂਪ ਵਾਹਿਗੁਰੂ ਕੋਲੋਂ ਝੂਠੀ ਵਸਤੂ ਮੰਗਣੀ। ਆਖੋ ਸਤਿਨਾਮ। ਸਤ ਸਰੂਪ ਵਾਹਿਗੁਰੂ ਕੋਲੋਂ ਨਾਸ਼ਵਾਨ ਵਸਤੂ ਮੰਗਣੀ, ਇਹ ਤਾਂ ਤੋਹੀਨ ਹੋਈ ਉਸ ਰੱਬ ਦੀ। ਮਹਾਰਾਜ ਤੁਸੀਂ ਸਤ ਸਰੂਪ ਹੋ, ਤੁਹਾਡੇ ਕੋਲੋਂ ਮੈਂ ਕੀ ਮੰਗਾਂ? ਜਿਹੜੀਆਂ ਸੰਸਾਰ ਦੀਆਂ ਵਸਤੂਆਂ ਦਿਸਦੀਆਂ ਨੇ ਤਾਂ ਮਹਾਰਾਜ ਬਿਨਸਣ ਵਾਲੀਆਂ ਨੇ, ਕੁਝ ਵੀ ਥਿਰ ਨਹੀਂ ਰਹਿਣ ਵਾਲਾ। ਜਦੋਂ ਇਹਨਾਂ ਵਿੱਚੋਂ ਕੁਝ ਵੀ ਥਿਰ ਨਹੀਂ ਰਹਿਣ ਵਾਲਾ ਤੇ ਫਿਰ ਇਹ ਮੰਗਾਂ ਕਿਵੇਂ? ਮਹਾਰਾਜ ਕਿਰਪਾ ਕਰੋ, ਜੋ ਸਦਾ ਥਿਰ ਰਹਿਣ ਵਾਲਾ ਹੈ ਤੁਹਾਡਾ ਅੰਮ੍ਰਿਤ ਨਾਮ, ਉਹ ਪਿਆਰਾ ਨਾਮ ਮੈਨੂੰ ਕਿਰਪਾ ਕਰਕੇ ਬਖਸ਼ ਦਿਓ, ਇਹ ਦਾਨ ਦੇ ਦਿਓ। ਕਿਉਂਕਿ ਨਾਮ ਥਿਰ ਹੈ, ਸदैवी ਹੈ, ਸਦਾ ਰਹਿਣ ਵਾਲਾ ਹੈ, ਸਤ ਹੈ। ਆਪ ਜੀ ਕਿਰਪਾ ਕਰਕੇ ਸਾਨੂੰ ਆਪਣੇ ਨਾਮ ਦਾ ਪਿਆਰ ਬਖਸ਼ ਦਿਓ ਮਹਾਰਾਜ।
ਜਾਂ ਇਸ ਤਰ੍ਹਾਂ ਆਪ ਜੀ ਆਪਣੇ ਪਿਆਰੇ ਨਾਮ ਦੀ ਦਾਤ ਉਹ ਸਾਨੂੰ ਕਿਰਪਾ ਕਰਕੇ ਬਖਸ਼ ਦਿਓ। ਘਾਟ ਘਾਟ ਰਵ ਰਹਿਆ ਬਨਵਾਰੇ। ਮੇਰਾ ਉਹ ਬਨਵਾਰੀ ਅਕਾਲ ਪੁਰਖ ਵਾਹਿਗੁਰੂ ਘਟ ਘਟ ਵਿੱਚ ਰਮ ਰਿਹਾ ਹੈ। ਉਹ ਘਟ ਘਟ ਵਿੱਚ ਵਸਦਾ ਹੈ। ਹਰ ਘਟ ਘਟੇ ਵਸਦਾ, ਹਰ ਘਟ ਘਟ ਵਿੱਚ ਉਹੀ ਵਸਦਾ। ਹਰ ਥਾਂ ਵਿੱਚ, ਹਰ ਜਗ੍ਹਾ ਵਿੱਚ, ਹਰ ਜ਼ਰਰੇ ਵਿੱਚ, ਹਰ ਕਣ ਵਿੱਚ ਉਹ ਵਸਦਾ ਹੈ। ਜਾਲ ਥਾਲ ਮਹਿਲ ਗੁਪਤੋ ਵਰਤੈ। ਗੁਰ ਸ਼ਬਦੀ ਦੇਖ ਨਿਹਾਰੀ ਜੀਓ। ਜਲ ਵਿੱਚ ਵੀ ਉਹੀ ਹੈ, ਥਲ ਵਿੱਚ ਵੀ ਉਹੀ ਹੈ, ਮਹੀ ਧਰਤੀ ਵਿੱਚ ਵੀ ਉਹੀ ਹੈ, ਆਲ ਆਕਾਸ਼ ਵਿੱਚ ਵੀ ਉਹੀ ਹੈ। ਪਰ ਵਰਤ ਰਿਹਾ ਗੁਪਤ, ਪਰ ਤੱਕ ਤਾਂ ਨਹੀਂ ਦਿੰਦਾ। ਗੁਪਤ ਵਰਤ ਰਿਹਾ ਹੈ, ਪਰ ਪ੍ਰਤੱਖ ਨਹੀਂ। ਅਨੁਮਾਨ ਪ੍ਰਮਾਣ ਦੁਆਰਾ ਆਪਾਂ ਜਾਣ ਲੈਂਦੇ ਹਾਂ ਕਿ ਵਸਦਾ। ਧੂਆਂ ਵੇਖ ਕੇ ਅੱਗ ਦਾ ਅੰਦਾਜ਼ਾ ਲੱਗਦਾ ਕਿ ਨਹੀਂ ਲੱਗਦਾ? ਉਹਨੂੰ ਅਨੁਮਾਨ ਪ੍ਰਮਾਣ ਕਹਿੰਦੇ। ਇਸ ਪ੍ਰਕਿਰਤੀ ਨੂੰ ਵੇਖ ਕੇ, ਸੰਸਾਰ ਨੂੰ ਵੇਖ ਕੇ, ਜਲ ਥਲ ਧਰਤੀ ਸਭ ਪਾਸੇ ਨਿਗਾਹ ਮਾਰ ਕੇ ਵੇਖੀਏ ਤਾਂ ਪਤਾ ਲੱਗਦਾ ਇਹਦੇ ਪਿੱਛੇ ਕੋਈ ਸ਼ਕਤੀ ਤਾਂ ਹੈ ਜੋ ਕੰਮ ਕਰ ਰਹੀ। ਪਰ ਗੁਪਤ ਹੈ, ਅਦ੍ਰਿਸ਼ ਹੈ। ਧੂਆਂ ਦਿਸਦਾ ਹੁੰਦਾ, ਦੂਰੋਂ ਅੱਗ ਨਹੀਂ ਦਿਸਦੀ। ਇਸੇ ਤਰ੍ਹਾਂ ਜਗਤ ਦਿਸ ਰਿਹਾ, ਨਿਰੰਕਾਰ ਨਹੀਂ ਦਿਸਦਾ। ਇਹਦਾ ਮਤਲਬ ਇਹ ਨਹੀਂ ਕਿ ਨਿਰੰਕਾਰ ਨਹੀਂ। ਨਿਰੰਕਾਰ ਦੇ ਆਸ਼ਰਿਤ ਹੀ ਇਹ ਜਗਤ ਦਿਸ ਰਿਹਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਨਿਰਾਕਾਰ ਵਾਹਿਗੁਰੂ ਦੇ ਆਸ਼ਰਿਤ ਹੀ ਇਹ ਆਕਾਰ ਦਿਸ ਰਿਹਾ। ਇਸ ਕਰਕੇ ਕਹਿੰਦੇ ਸਭ ਪਾਸਿਓਂ ਗੁਪਤ ਵਰਤ ਰਿਹਾ। ਪਰ ਹਾਂ, ਜਿਹੜੇ ਗੁਰ ਸ਼ਬਦ ਦੇ ਧਾਰਨੀ ਹਨ, ਜਿਹੜੇ ਗੁਰ ਸ਼ਬਦੀਏ ਹਨ, ਗੁਰ ਸ਼ਬਦੀਏ ਏਦਾਂ ਕਰਾਂਗੇ ਅਰਥ, ਗੁਰ ਸ਼ਬਦੀਏ ਜਿਨ੍ਹਾਂ ਨੇ ਗੁਰੂ ਕਾ ਸ਼ਬਦ ਪ੍ਰਾਪਤ ਕੀਤਾ, ਉਪਦੇਸ਼ ਪ੍ਰਾਪਤ ਕੀਤਾ, ਉਸ ਵਾਹਿਗੁਰੂ ਦੇ ਗੁਪਤ ਸਵਰੂਪ ਨੂੰ ਵੀ ਪ੍ਰਤੱਖ ਕਰਕੇ ਵੇਖ ਲੈਂਦੇ ਨੇ, ਔਰ ਵੇਖ ਕੇ ਨਿਹਾਰੀ ਨਿਹਾਲ ਹੋ ਜਾਂਦੇ। ਗੁਰ ਸ਼ਬਦੀ ਦੇਖ, ਗੁਰੂ ਦੇ ਸ਼ਬਦ ਦੁਆਰਾ ਉਹਨਾਂ ਨੇ ਦੇਖਿਆ, ਦੇਖ ਕੇ ਫਿਰ ਨਿਹਾਰੀ ਜੀਓ ਨਿਹਾਲ ਹੋ ਗਏ। ਜਿਹੜਾ ਜੀਓ ਸ਼ਬਦ ਹੈ ਇਹ ਸੰਬੋਧਨੀ ਹੈ। ਹਾਂ ਜੀ, ਉਹ ਨਿਹਾਲ ਹੋ ਗਏ ਉਸ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਨੂੰ ਵੇਖ ਕੇ। ਜੋ ਗੁਪਤ ਵਰਤ ਰਿਹਾ ਸੀ, ਗੁਰੂ ਦੇ ਸ਼ਬਦ ਦੁਆਰਾ ਪ੍ਰਤੱਖ ਕਰਕੇ ਵੇਖ ਕੇ ਰੱਬ ਦੇ ਪਿਆਰੇ ਨਿਹਾਲ 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 ਹੋ ਗਏ। ਰਹਾਉ ਮਰਤ ਪਿਆਲ ਆਕਾਸ ਦਿਖਾਇਓ। ਗੁਰ ਸਤਗੁਰ ਕਿਰਪਾ ਧਾਰੇ ਜੀਓ। ਮੇਰੇ ਗੁਰੂ ਸਾਹਿਬ ਨੇ ਜਦੋਂ ਆਪਣੀ ਕਿਰਪਾ ਧਾਰੀ ਤਾਂ ਮਾਤ ਲੋਕ ਵਿੱਚ, ਪਤਾਲ ਲੋਕ ਵਿੱਚ, ਆਕਾਸ਼ ਲੋਕ ਵਿੱਚ, ਤਿੰਨਾਂ ਲੋਕਾਂ ਵਿੱਚ ਵਿਖਾ ਦਿੱਤਾ ਕਿ ਉਹ ਵਾਹਿਗੁਰੂ ਤ੍ਰਿਲੋਕੀ ਨਾਥ ਹੈ। ਇਸ ਮਾਤ ਲੋਕ ਦਾ ਸੁਆਮੀ ਵੀ ਹੈ, ਪਤਾਲ ਲੋਕ ਦਾ ਵੀ ਉਹ ਸੁਆਮੀ ਹੈ, ਆਕਾਸ਼ ਲੋਕ ਦਾ ਵੀ ਉਹੀ ਸੁਆਮੀ ਹੈ। ਤਿੰਨਾਂ ਲੋਕਾਂ ਦਾ ਸੁਆਮੀ ਵਿਖਾ ਦਿੱਤਾ। ਜਿਸ ਵਕਤ ਸਤਿਗੁਰੂ ਜੀ ਨੇ ਸਾਡੇ ਤੇ ਆਪਣੀ ਕਿਰਪਾ ਦ੍ਰਿਸ਼ਟੀ ਕੀਤੀ, ਸੋ ਬ੍ਰਹਮ ਅਜੋਨੇ ਹੈ ਭੇ ਹੋਨੇ। ਉਹ ਬ੍ਰਹਮ ਅਜੋਨੀ ਹੈ, ਉਹ ਜੋਨੀਆਂ ਵਿੱਚ ਨਹੀਂ ਆਉਂਦਾ। ਉਹ ਪਹਿਲਾਂ ਵੀ ਸੀ, ਹੁਣ ਵੀ ਹੈ, ਔਰ ਆਉਣ ਵਾਲੇ ਸਮੇਂ ਵਿੱਚ ਵੀ ਹੋਣੀ ਹੋਵੇਗਾ। ਉਹੀ ਹੋਵੇਗਾ। ਜਦੋਂ ਇਹ ਕੁਝ ਨਾ ਹੋਵੇਗਾ, ਉਹੀ ਹੋਵੇਗਾ।
ਸੰਸਾਰ ਦੀ ਰਚਨਾ ਤੋਂ ਪਹਿਲਾਂ ਵੀ ਸੀ, ਸੰਸਾਰ ਦੀ ਇਸ ਰਚਨਾ ਦੇ ਰਚੇ ਜਾਣ ਸਮੇਂ ਵੀ ਹੈ, ਸੰਸਾਰ ਦੀ ਇਹ ਰਚਨਾ ਸਿਮਟ ਜਾਣ ਤੋਂ ਬਾਅਦ ਵੀ ਉਹ ਬ੍ਰਹਮ ਰਹੇਗਾ। ਤ੍ਰਈ ਕਾਲ ਸਤ ਹੈ। ਹਾਂਜੀ। ਘਾਟ ਭੀਤਰ ਦੇਖ ਮੁਰਾਰੇ ਜੀਓ। ਗੁਰੂ ਪਾਤਸ਼ਾਹ ਕਹਿੰਦੇ ਆ, ਸਿੱਖਾ ਉਸ ਨੂੰ ਤੂੰ ਆਪਣੇ ਘਟ ਦੇ ਅੰਦਰ ਵੇਖ, ਉਹ ਤੇਰੇ ਇਸ ਘਟ ਦੇ ਅੰਦਰ ਹੈ। ਇਸ ਤਰ੍ਹਾਂ ਦੱਸਦੇ ਆ ਮਹਾਪੁਰਸ਼ ਕਿ ਉਹ ਪ੍ਰਮਾਤਮਾ ਅੰਗੁਸ਼ਟ ਪ੍ਰਮਾਣ ਹੋ ਕੇ ਤੇਰੇ ਹਿਰਦੇ ਸਥਲ ਵਿੱਚ ਵਾਸਾ ਕਰਦਾ। ਅੰਗੁਸ਼ਟ ਜਿਵੇਂ ਹੱਥ ਦਾ ਅੰਗੂਠਾ ਹੁੰਦਾ, ਐਸਾ ਸਰੂਪ ਬਣਾ ਕੇ ਉਹ ਜੀਵ ਦੇ ਹਿਰਦੇ ਦੇ ਸਥਲ, ਜਿਹੜਾ ਹਿਰਦਾ ਸਥਲ ਹੈ, ਇੱਥੇ ਉਹਦਾ ਨਿਵਾਸ ਹੈ, ਇੱਥੇ ਉਹਦੀ ਚੇਤਨਾ ਸਾਰੇ ਸਰੀਰ 'ਚ ਫੈਲਦੀ। ਉਹਨੂੰ ਆਪਣੇ ਘਟ ਵਿੱਚ ਵੇਖ, ਉਹ ਤੇਰੇ ਹੀ ਇਸ ਹਿਰਦੇ ਰੂਪੀ ਘਟ ਵਿੱਚ ਹੈ। ਮੁਰਾਰੀ, ਮੁਰਾਦ ਕਦੈਂਤਾਂ ਦਾ ਵੈਰੀ, ਨਾਸ਼ ਕਰਨੇ ਹਾਰਾ। ਉਸ ਨੂੰ ਆਪਣੇ ਘਟ ਦੇ ਅੰਦਰ ਹੀ ਵੇਖ। ਸਾਹਿਬ ਫਰਮਾਉਂਦੇ ਨੇ, ਕਾਹੇ ਰੇ ਬਨ ਖੋਜਨ ਜਾਈ। ਤੂੰ ਬਾਹਰ ਕੀ ਲੱਭਣ ਜਾਂਦਾ ਹੈ, ਬਾਹਰ ਕੀ ਭਾਲਦਾ ਹੈ, ਆਪਣੇ ਅੰਦਰ ਵੇਖ। ਜਿਵੇਂ ਫੁੱਲ 'ਚ ਸੁਗੰਧੀ ਵਸਦੀ ਹੈ, ਜਿਵੇਂ ਕਿਸੇ ਸ਼ੀਸ਼ੇ ਵਿੱਚ ਸਾਡਾ ਪਰਛਾਵਾਂ ਵਸਦਾ ਹੈ, ਇਸੇ ਤਰ੍ਹਾਂ ਉਹ ਵਾਹਿਗੁਰੂ ਤੇਰੇ ਸਰੀਰ ਦੇ ਇਸ ਘਟ ਦੇ ਹਿਰਦੇ ਵਿੱਚ ਵਸਦਾ ਹੈ। ਉਹਨੂੰ ਆਪਣੇ ਅੰਦਰ ਵੇਖ, ਉਸ ਨੂੰ ਆਪਣੇ ਘਟ ਅੰਦਰ ਜਾਣ, ਸਾਖਸ਼ਾਤਕਾਰ ਕਰ। ਹਾਂਜੀ। ਜਨਮ ਮਰਨ ਕੋ ਇਹੋ ਜਗ ਬਪੜੋ, ਇਨ ਦੂਜੈ ਭਗਤ ਵਸਾਰੇ ਜੀਓ। ਜਨਮ ਤੇ ਮਰਨ ਵਾਸਤੇ ਜਗ ਬੱਪੜਾ ਹੈ, ਵਿਚਾਰਾ। ਜੰਮ ਰਿਹਾ ਮਰ ਰਿਹਾ, ਜੰਮ ਰਹੇ ਨੇ ਮਰ ਰਹੇ ਨੇ। ਇਹਨਾਂ ਨੇ ਦੂਜੇ ਭਾਵ ਵਿੱਚ ਦੁਬਦਾ 'ਚ ਲੱਗ ਕੇ ਰੱਬ ਦੀ ਭਗਤੀ ਨੂੰ ਆਪਣੇ ਹਿਰਦੇ 'ਚੋਂ ਵਿਸਾਰ ਦਿੱਤਾ ਹੈ। ਇਨ ਦੂਜਾ ਭਗਤ ਵਿਸਾਰੀ ਜੀਓ। ਦੂਜੇ ਭਾਵ ਵਿੱਚ, ਦੁਬਦਾ ਵਿੱਚ, ਦਵੈਸ਼ ਵਿੱਚ ਲੱਗ ਕੇ ਇਹਨਾਂ ਕਲਯੁਗੀ ਜੀਵਾਂ ਨੇ ਆਪਣੇ ਹਿਰਦੇ 'ਚੋਂ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਵਿਸਾਰ ਦਿੱਤੀ ਹੈ। ਸਤਿਗੁਰ ਮਿਲੈ ਤਾ ਗੁਰਮਤਿ ਪਾਈਐ, ਸਾਖਤ ਬਾਜੀ ਹਾਰੀ ਜੀਓ। ਸਤਿਗੁਰੂ ਜੀ ਮਿਲਣ ਤਾਂ ਗੁਰੂ ਕੀ ਮੱਤ ਪ੍ਰਾਪਤ ਹੁੰਦੀ। ਗੁਰੂ ਤੋਂ ਬਿਨਾ ਗੁਰਮਤਿ ਨਹੀਂ ਪ੍ਰਾਪਤ ਹੋ ਸਕਦੀ। ਸਤਿਗੁਰੂ ਜੀ ਮਿਲਣ ਤਾਂ ਗੁਰੂ ਦੀ ਮੱਤ ਪਾਈ ਦੀ ਹੈ। ਜਿਹੜੇ ਗੁਰੂ ਕੀ ਮੱਤ ਦੇ ਧਾਰਨੀ ਨੇ ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦੇ ਨੇ, ਤੇ ਜਿਹੜੇ ਗੁਰੂ ਮੱਤ ਤੋਂ ਵਿਹੋਣੇ, ਗੁਰੂ ਤੋਂ ਬੇਮੁਖ ਹੋ ਕੇ ਸਾਖਤਤਾਈ ਵਿੱਚ, ਦੁਰਜਨਤਾਈ 'ਚ ਜ਼ਿੰਦਗੀ ਬਤੀਤ ਕਰਦੇ ਨੇ, ਉਹ ਆਪਣੇ ਮਨੁੱਖਾ ਜਨਮ ਦੀ ਬਾਜੀ ਨੂੰ ਹਾਰ ਜਾਂਦੇ। ਸਾਖਤ, ਸਾਖਤ ਦਾ ਵੈਸੇ ਅਰਥ ਕੀਤਾ ਜਾਂਦਾ ਜਿਹੜਾ ਕੇਵਲ ਸ਼ਕਤੀ ਦਾ ਪੁਜਾਰੀ ਹੈ, ਜਿਸ ਦੀ ਸ਼ਕਤੀ ਹੈ ਉਹਦੇ ਤੋਂ ਮੁਨਕਰ ਹੈ। ਸ਼ਕਤੀ ਕੀ ਹੈ? ਜਿਤਨੇ ਵੀ ਪਦਾਰਥ ਨੇ ਵਾਹਿਗੁਰੂ ਦੀ ਸ਼ਕਤੀ। ਕੇਵਲ ਸ਼ਕਤੀ ਦੇ ਨਾਲ ਤਾਂ ਪਿਆਰ ਹੈ। ਪਦਾਰਥ ਚੰਗੇ ਲੱਗਦੇ ਨੇ, ਸੰਸਾਰ ਦੀਆਂ ਵਸਤੂਆਂ ਚੰਗੀਆਂ ਲੱਗਦੀਆਂ ਨੇ। ਉਹ ਕਹਿੰਦੇ ਪਿਤਵਾ ਪਿਤਵਾ ਪਿਤਵਾ, ਜਬ ਲਗ ਸੁਧ ਨਾ ਭੂਲਤੇ, ਪਿਤਵਾ ਪਿਤਵਾ ਪਿਤਵਾ। ਜਿਹੜੇ ਸ਼ਾਕਤ ਮਤ ਵਾਲੇ ਨੇ, ਇੱਕ ਮਤ ਵੀ ਹੈ ਹਿੰਦੁਸਤਾਨ 'ਚ, ਸ਼ਾਕਤ ਮਤ ਕਹਿੰਦੇ ਉਸ ਨੂੰ, ਉਹਨਾਂ ਦਾ ਇਹ ਮੰਨਣਾ ਪਿਤਵਾ ਪਿਤਵਾ ਪਿਤਵਾ, ਜਾਵਦ ਸੁਧ ਨਾ ਭੂਲਤੇ। ਉਦੋਂ ਤੱਕ ਪੀਂਦੇ ਰਹੋ ਪੀਂਦੇ ਰਹੋ ਪੀਂਦੇ ਰਹੋ, ਜਦੋਂ ਤੱਕ ਬੇਹੋਸ਼ ਹੋ ਕੇ ਕਿਸੇ ਖਾਲੀ 'ਚ ਡਿੱਗ ਨਹੀਂ ਜਾਂਦੇ। ਪੀਂਦੇ ਰਹੋ।
ਉਹਨਾਂ ਨੂੰ ਵੀ ਸ਼ਾਕਤ ਕਿਹਾ। ਇਹ ਕਰੂਰ ਬਿਰਤੀ ਹੈ, ਦਾਨਵੀ ਬਿਰਤੀ ਹੈ। ਸ਼ਾਕਤ, ਗੁਰਬਾਣੀ ਵਿੱਚ ਸਾਕਤ ਦੀ ਪਰਿਭਾਸ਼ਾ ਕੀ ਹੈ? ਜਗਤ ਗੁਰੂ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਪਾਤਸ਼ਾਹ ਦੱਸਦੇ। ਗੁਰਦੇਵ ਕਹਿੰਦੇ ਸਾਕਤ ਦੀ ਪਰਿਭਾਸ਼ਾ ਸੁਣੋ। ਕੌਣ ਹੈ ਸਾਕਤ? ਸਾਕਤ ਹਰ ਰਸ ਸਾਧ ਨ ਜਾਣਿਆ, ਤਿਨ ਅੰਤਰ ਹਉ ਮੈਂ ਕੰਡਾਹੇ। ਸਾਕਤ ਹਰ ਰਸ ਸਾਧ ਨ ਜਾਣੇ। ਸਾਕਤ ਉਹ ਹੈ ਜਿਸ ਨੇ ਹਰੀ ਦੇ ਨਾਮ ਰਸ ਦਾ ਸਵਾਦ ਨਹੀਂ ਜਾਣਿਆ ਔਰ ਜਿਸ ਦੇ ਹਿਰਦੇ ਵਿੱਚ ਹਉਮੈ ਦਾ ਕੰਡਾ ਹੈ। ਜਿਉ ਜਿਉ ਚਲੈ ਚੁਭੈ ਦੁਖ ਪਾਵੈ, ਜਮ ਕਾਲ ਸਹੈ ਸਿਰ ਡੰਡਾ ਹੈ। ਉਹ ਜੇ ਟੁਰਨ ਵੀ ਲੱਗੇ ਰੱਬ ਦੇ ਮਾਰਗ ਤੇ ਉਹ ਹਉਮੈ ਨੂੰ ਚੱਲਣ ਨਹੀਂ ਦਿੰਦੀ, ਚੁੱਭਦੀ ਆ, ਦੁੱਖ ਪਾਉਂਦਾ। ਔਰ ਇਹੋ ਜਿਹੇ ਜਿਹੜੇ ਸਾਕਤ ਨੇ, ਜਗਤ ਗੁਰੂ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ, ਉਹ ਆਪਣੇ ਮਨੁੱਖਾ ਜਨਮ ਦੀ ਬਾਜੀ ਨੂੰ ਹਾਰ ਜਾਂਦੇ ਨੇ। ਸਾਕਤ ਬਾਜੀ ਹਾਰੀ ਜੀ, ਉਹ ਆਪਣੇ ਜਨਮ ਦੀ ਬਾਜੀ ਨੂੰ ਹਾਰ ਜਾਂਦੇ ਹਨ। ਸਤਿਗੁਰ ਬੰਧਨ ਤੋੜ ਨਿਰਾਰੇ, ਬਹੁੜ ਨ ਗਰਭ ਮਝਾਰੀ ਜਿਉ। ਸਤਿਗੁਰੂ ਜੀ ਨੇ ਸਾਡੇ ਬੰਧਨ ਤੋੜ ਕੇ ਸਾਨੂੰ ਨਾ ਬੰਧਨਾਂ ਤੋਂ ਨਿਰਾਰੇ ਕਰ ਦਿੱਤਾ, ਮੁਕਤ ਕਰ ਦਿੱਤਾ, ਬੰਧਨ ਮੁਕਤ ਕਰ ਦਿੱਤਾ। ਐਸਾ ਨਿਰਾਲਾ ਕੀਤਾ ਬੰਧਨਾਂ ਤੋਂ ਕਿ ਹੁਣ ਮੁੜ ਕੇ ਗਰਭ ਆਸ਼ਿਆਂ ਵਿੱਚ, ਗਰਭ ਜੋਨੀਆਂ ਵਿੱਚ ਨਹੀਂ ਆਉਣਾ ਪਵੇਗਾ। ਹਾਂਜੀ। ਨਾਨਕ ਗਿਆਨ ਰਤਨ ਪ੍ਰਗਾਸਿਆ, ਹਰ ਮਨ ਵਸਿਆ ਨਿਰੰਕਾਰੀ ਜੀਉ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਨੇ ਕਿ ਜਿਨ੍ਹਾਂ ਦੇ ਹਿਰਦੇ ਵਿੱਚ ਗਿਆਨ ਰੂਪੀ ਰਤਨ ਦਾ ਪ੍ਰਕਾਸ਼ ਹੁੰਦਾ ਹੈ, ਉਸ ਪ੍ਰਕਾਸ਼ ਵਿੱਚ ਉਹ ਗੁਰਮੁਖ ਵੇਖ ਲੈਂਦੇ ਨੇ ਕਿ ਉਹ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਸਾਡੇ ਇਸ ਘਟ ਵਿੱਚ, ਹਿਰਦੇ ਵਿੱਚ ਹੀ ਵਸਦਾ ਹੈ। ਹਨੇਰੇ ਵਿੱਚ ਕਮਰੇ 'ਚ ਪਈ ਹੋਈ ਵਸਤ ਨਹੀਂ ਦਿਸਦੀ, ਚਾਨਣਾ ਹੋ ਜਾਏ ਹਰ ਸ਼ੈ ਦਿਸ ਪੈਂਦੀ ਹੈ। ਇਸੇ ਤਰ੍ਹਾਂ ਨਾਮ ਦਾ ਪ੍ਰਕਾਸ਼ ਜਿਸ ਵੇਲੇ ਹਿਰਦੇ ਵਿੱਚ ਹੁੰਦਾ ਹੈ ਤਾਂ ਉਸ ਵਕਤ ਇਸ ਘਟ ਦੇ ਅੰਦਰ ਉਸ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਦਿਸ ਪੈਂਦਾ, ਸਾਖਸ਼ਾਤਕਾਰ ਹੋ ਜਾਂਦਾ। ਪਤਾ ਲੱਗ ਜਾਂਦਾ ਹੈ ਕਿ ਉਹ ਨਿਰੰਕਾਰ ਇਸ ਮਨ ਦੇ ਅੰਦਰ ਵਸਦਾ ਹੈ।